पंजाब च 20 फरवरी ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਜੋੜ-ਤੋੜ ਦੀ ਰਾਜਨੀਤੀ ਜ਼ੋਰਾਂ ਨਾਲ ਚੱਲ ਰਹੀ ਹੈ। ਪਿਛਲੇ ਦਿਨੀ ਅੰਮ੍ਰਿਤਸਰ ਦੇ ਕਾਂਗਰਸੀ ਮੇਅਰ ਕਰਮਜੀਤ ਸਿੰਘ ਰਿੰਟੂ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ, ਜਿਸ ਤੋਂ ਬਾਅਦ ਲਗਾਤਾਰ ਹੀ ਕਈ ਕਾਂਗਰਸੀ ਕੌਂਸਲਰ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਦਿਖਾਈ ਦੇ ਰਹੇ ਨੇ। ਅੱਜ ਕਰਮਜੀਤ ਸਿੰਘ ਰਿੰਟੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਕੀਤੀ ਗਈ, ਜਿਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਮੇਅਰ ਹੋਣ ਦੇ ਤੌਰ ਤੇ ਅੰਮ੍ਰਿਤਸਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਬਹੁਤ ਸਾਰਾ ਨਗਰ ਨਿਗਮ ਦੇ ਵਿਕਾਸ ਕਾਰਜ ਲਈ ਕੰਮ ਕਰਵਾਇਆ ਹੈ। ਹੋਰ ਕੀ ਕੁਝ ਕਿਹਾ ਮੇਅਰ ਕਰਮਜੀਤ ਸਿੰਘ ਰਿੰਟੂ ਨੇ, ਤੁਸੀਂ ਵੀ ਸੁਣੋ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸਿਸੋਦੀਆ ਜੀ ਦਾ ਕਿ ਅੱਜ ਇਹਨਾਂ ਨੇ ਜਿਹੜੀ ਅੱਜ ਇੱਥੇ ਮੈਨੂੰ ਪਾਰਟੀ ਦੇ ਵਿੱਚ ਮਾਨ ਸਨਮਾਨ ਦਿੱਤਾ ਔਰ ਪੋਜੀਸ਼ਨ ਦਿੱਤੀ, ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ। ਔਰ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ, ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਮੈਂ ਕੱਲ੍ਹ ਪਾਰਟੀ ਜੁਆਇਨ ਕੀਤੀ ਸੀਗੀ, ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਸ ਪਾਰਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਔਰ ਚਲੋ, ਜਦੋਂ ਤੁਸੀਂ ਇੱਕ ਜਗ੍ਹਾ ਜਿੱਥੇ ਕੰਮ ਕੀਤਾ ਹੁੰਦਾ ਉਹਨੂੰ ਛੱਡ ਕੇ ਜਾਂਦੇ ਜੇ, ਉਹਦੇ 'ਚ ਬੜੀ ਰਿਲੈਕਟੈਂਸ ਵੀ ਹੁੰਦੀ ਹੈ, ਬੜੀ ਸੋਚ ਵਿਚਾਰ ਵੀ ਹੁੰਦੀ ਹੈ। ਪਰ ਇਹਦੇ 'ਚ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਮੈਂ ਉਸ ਪਾਰਟੀ 'ਚ ਕੰਮ ਕਰਨ ਦਾ ਮੌਕਾ ਮਿਲਿਆ ਕਿ ਜਿੱਥੇ ਜਿਹੜੀ ਪਾਰਟੀ ਦੇ ਵਿੱਚ ਪਹਿਲਾਂ ਬੰਦੇ ਦੀ ਹਿਸਟਰੀ ਚੈੱਕ ਕੀਤੀ ਜਾਂਦੀ ਹੈ, ਬੰਦੇ ਦਾ ਪਿਛੋਕੜ ਚੈੱਕ ਕੀਤਾ ਜਾਂਦਾ, ਕਿਉਂਕਿ ਬਹੁਤ ਸਾਰੀ ਇਸ ਵੇਲੇ ਲਾਈਨਾਂ ਲੱਗੀਆਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਲਈ ਜਾਂ ਉਸ ਤੋਂ ਪਹਿਲਾਂ ਵੀ, ਪਰ ਇਸ ਪਾਰਟੀ ਦੇ ਕੋਈ ਪੈਰਾਮੀਟਰਸ ਨੇ ਜਿਹੜਾ ਉਹ ਸਾਰੇ ਕਲੀਅਰ ਕਰਕੇ ਇੱਥੋਂ ਤੱਕ ਪਹੁੰਚਦਾ ਉਹਦੀ ਜੁਆਇਨਿੰਗ ਹੁੰਦੀ ਹੈ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਪਾਰਟੀ ਨੇ ਮੈਨੂੰ ਇਸ ਕਾਬਿਲ ਸਮਝਿਆ ਔਰ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ। ਦੂਜੀ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਉਸ ਪਾਰਟੀ ਦੇ ਵਿੱਚ ਹੁਣ ਕੰਮ ਕਰਨ ਦਾ ਮੌਕਾ ਮਿਲੇਗਾ ਜਿੱਥੇ ਮਿਹਨਤ, ਇਮਾਨਦਾਰੀ ਅਤੇ ਲਾਇਲਟੀ ਇਹਦਾ ਮੁੱਲ ਹੈਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਪਿਛਲੇ 7 ਸਾਲ ਤੋਂ ਦਿੱਲੀ 'ਚ ਰਹੀ ਹੈ, ਉਸ ਪਰਫਾਰਮੈਂਸ ਨੂੰ ਵੇਖ ਕੇ ਔਰ ਪਾਰਟੀ ਦੀ ਆਈਡੀਓਲੋਜੀ ਨੂੰ ਵੇਖ ਕੇ ਸੋ ਮੈਂ ਇਹ ਫੈਸਲਾ ਲਿਆ। ਔਰ ਕਿਉਂਕਿ ਅਜੇ ਤੁਹਾਨੂੰ ਜਿੱਦਾਂ ਸਾਰਿਆਂ ਨੂੰ ਪਤਾ ਕਿ 1 ਸਾਲ ਮੇਅਰਸ਼ਿਪ ਮੇਰੀ ਬਚਦੀ ਸੀਗੀ, ਸੋ ਇਹਨਾਂ ਛੋਟੀਆਂ ਚੀਜ਼ਾਂ 'ਚ ਮੈਂ ਨਹੀਂ ਪਿਆ। ਔਰ ਮੈਂ ਹਮੇਸ਼ਾ ਇਹ ਕਹਿੰਦਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਓਪਰਚੁਨਿਟੀ ਉਹਨਾਂ ਨੂੰ ਮਿਲੀ ਹੈ ਔਰ ਉਸ ਓਪਰਚੁਨਿਟੀ ਨੂੰ ਕੋਈ ਬੰਦਾ ਵੀ ਅੱਜ ਗਵਾਉਣਾ ਨਹੀਂ ਚਾਹੁੰਦਾ। ਜਿਹੜਾ ਪੰਜਾਬ ਦੇ ਨਾਲ ਆ, ਪੰਜਾਬੀਅਤ ਦੇ ਨਾਲ ਆ, ਪੰਜਾਬ ਦਾ ਭਲਾ ਚਾਹੁੰਦਾ, ਉਹ ਇਸ ਓਪਰਚੁਨਿਟੀ ਨੂੰ ਨਹੀਂ ਗਵਾਉਣਾ ਚਾਹੁੰਦਾ। ਔਰ ਹੁਣ ਪੰਜਾਬ ਦੇ ਲੋਕਾਂ ਕੋਲ ਇੱਕ ਵਿਕਲਪ ਨਹੀਂ, ਮੈਂ ਕਹਾਂਗਾ ਇੱਕ ਸੁਨਹਿਰੀ ਮੌਕਾ, ਓਪਰਚੁਨਿਟੀ ਹੈ ਔਰ ਲੋਕਾਂ ਨੇ ਉਸ ਓਪਰਚੁਨਿਟੀ ਨੂੰ ਆਪਟ ਕਰ ਲਿਆ ਔਰ ਇਹਦੇ ਨਤੀਜੇ ਜਿਹੜੇ ਨੇ ਉਹ ਆਪਾਂ ਨੂੰ 10 ਮਾਰਚ ਨੂੰ ਦਿਸਣਗੇ। ਸੋ 3-4 ਚੀਜ਼ਾਂ ਜਿਹੜੀਆਂ ਉਹ ਇਸ ਵੇਲੇ ਸਾਨੂੰ ਪੰਜਾਬ ਜਿੱਥੋਂ ਮਾਰ ਖਾ ਰਿਹਾ, ਪੰਜਾਬ ਹੀ ਨਹੀਂ ਸਾਰਾ ਹਿੰਦੁਸਤਾਨ ਮਾਰ ਖਾ ਰਿਹਾ। ਦੇਖੋ, ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਮੈਂ ਕੋਈ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ ਜਾਂ ਜਿੱਥੇ ਮੈਂ ਇੰਨਾ ਸਮਾਂ ਬਤੀਤ ਕੀਤਾ ਮੈਂ ਕੋਈ ਉੱਥੇ ਕੋਈ ਚਿੱਕੜ ਨਹੀਂ ਫੈਲਾਉਣਾ ਚਾਹੁੰਦਾ, ਪਰ ਇਸ ਵੇਲੇ ਰਵਾਇਤੀ ਪਾਰਟੀਆਂ ਅਤੇ ਜਾਂ ਸਾਰਾ ਹੀ ਸਿਆਸੀ ਤੰਤਰ ਅਤੇ ਸਾਰਾ ਐਡਮਿਨਿਸਟ੍ਰੇਸ਼ਨ ਇਹ ਬੁਰੀ ਤਰ੍ਹਾਂ ਗੜਬੜਾ ਗਿਆ ਵਾ। ਇਹਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਅਨਾਰਕੀ ਫੈਲੀ ਹੈ, ਕਰਪਸ਼ਨ ਫੈਲੀ ਹੈ। ਸੋ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਖੋ ਦਿੱਤਾ। ਅੱਜ ਆਪਣੇ ਆਪ ਨੂੰ ਪੋਲੀਟੀਸ਼ੀਅਨ ਅਖਵਾਉਣਾ, ਲੀਡਰ ਅਖਵਾਉਣਾ ਇੱਕ ਗਾਲ ਦੇ ਬਰਾਬਰ ਹੋ ਗਿਆ ਕਿ ਲੋਕ ਅੱਜ ਸਿਆਸੀ ਬੰਦਿਆਂ ਨੂੰ ਕਿਰਨਾਂ ਦੀ ਨਜ਼ਰ ਨਾਲ ਵੇਖਣ ਲੱਗ ਪਏ ਨੇ। ਔਰ ਉਹਦੇ ਨਤੀਜੇ ਆਪਾਂ ਪਿਛਲੇ ਸਮੇਂ 'ਚੋਂ ਵੇਖ ਹੀ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੁਣ ਲੋਕ ਇੰਨੇ ਦੁਖੀ ਹੋ ਗਏ ਨੇ ਕਿ ਮੈਨ ਹੈਂਡਲੀ ਤੱਕ ਆ ਗਏ ਨੇ। ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਿਆਸੀ ਲੋਕਾਂ ਦੇ ਨਾਲ ਲੋਕਾਂ ਨੂੰ ਥੋੜ੍ਹਾ ਬਹੁਤਾ ਹਿਲਜੁਲ ਵੀ ਕਰਨੀ ਪਈ। ਸੋ ਜਦੋਂ ਐਡਾ ਵੱਡਾ ਸਾਡੀ ਕ੍ਰੈਡੀਬਿਲਿਟੀ 'ਤੇ ਸਾਡੀ ਇਮੇਜ 'ਤੇ ਕੋਈ ਦਾਗ ਆ ਜਾਂਦਾ ਤਾਂ ਫਿਰ ਸਾਨੂੰ ਉਹਨੂੰ ਧੋਣ ਵਾਲੇ ਬੰਨੇ ਜਾਣਾ ਚਾਹੀਦਾ ਔਰ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਗਰੇਵਾਨ 'ਚ ਦੇਖਣਾ ਚਾਹੀਦਾ।
ਸੋ ਮੈਂ ਜਿੱਦਾਂ ਅੱਗੇ ਕਿਹਾ ਕਿ ਇਹ ਪਾਰਟੀ ਇੱਕ ਮੌਕਾ ਲੈ ਕੇ ਆਈ ਹੈ। ਇਹਨਾਂ ਨੇ ਲੋਕਾਂ ਨੂੰ ਕਿਹਾ ਸਾਨੂੰ ਇੱਕ ਮੌਕਾ ਦਿਓ, ਮੰਗਿਆ, ਪਰ ਮੈਂ ਕਹਿੰਦਾ ਕਿ ਲੋਕੀ ਆਲਰੇਡੀ ਥੈਂਕਫੁਲ ਨੇ ਕਿ ਕੋਈ ਇੱਦਾਂ ਦੀ ਪਾਰਟੀ, ਕੋਈ ਓਪਰਚੁਨਿਟੀ ਆਈ ਕਿ ਅਸੀਂ ਇਸ ਨੂੰ ਆਪਟ ਕਰੀਏ। ਮੈਂ ਦੂਜੀਆਂ ਸਿਆਸੀ ਪਾਰਟੀਆਂ ਨੇ ਜਾਂ ਸਿਆਸੀ ਪਾਰਟੀਆਂ ਦੇ ਬਹੁਤ ਵੱਡੇ ਲੀਡਰ ਨੇ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਉਹ ਪੰਜਾਬ ਦੀ ਲੜਾਈ ਨਹੀਂ ਲੜ ਰਹੇ, ਉਹ ਆਪਣੇ ਹੰਕਾਰ ਦੀ ਲੜਾਈ ਲੜ ਰਹੇ, ਉਹ ਅਹਿਮ ਦੀ ਲੜਾਈ ਲੜ ਰਹੇ, ਮੈਂ ਵੱਡਾ ਮੈਂ ਵੱਡਾ। ਇਸ ਚੀਜ਼ ਦੀ ਲੜਾਈ ਕਿਸੇ ਨੇ ਨਹੀਂ ਲੜੀ ਕਿ ਪੰਜਾਬ ਦੇ ਮੁੱਦੇ ਕੀ ਆ, ਪੰਜਾਬੀਆਂ ਨੂੰ ਕੀ ਚਾਹੀਦਾ, ਪੰਜਾਬੀਆਂ ਦਾ ਦੁੱਖ ਦਰਦ ਕੀ ਆ, ਉਹਦੀ ਗੱਲ ਨਹੀਂ ਹੋ ਰਹੀ। ਜਿੱਦਾਂ ਕਾਲਜ ਸਕੂਲਾਂ ਦੇ ਵਿੱਚ ਬਾਹਾਂ ਚੜ੍ਹਾ ਕੇ ਟਾਈਮ ਪਾ ਕੇ ਲੜਦੇ ਸੀਗੇ, ਉਹ ਅੱਜ ਉੱਦਾਂ ਦੀ ਸਿਆਸਤ ਸਾਡੇ ਸ਼ਹਿਰ 'ਚ ਵੀ ਇੱਕ ਸੀਟ ਹੈ ਉੱਥੇ ਹੋ ਰਹੀ ਹੈ, ਬਾਕੀ ਥਾਵਾਂ 'ਤੇ ਵੀ ਹੋ ਰਹੀ ਹੈ। ਸੋ ਪਾਰਟੀਆਂ ਦੇ ਵਿੱਚ ਬੜੀ ਇੱਕ ਇਨਡਿਸਿਪਲਿਨ, ਅਨਾਰਕੀ ਇਹਨਾਂ ਪਾਰਟੀਆਂ ਦੇ ਵਿੱਚ ਆਈ ਹੈ, ਜਿਹਦੇ ਤੋਂ ਮੈਂ ਇਕੱਲਾ ਨਹੀਂ, ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਸਫੋਕੇਟਡ ਆ, ਔਰ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਜਿਨ੍ਹਾਂ 'ਚ ਥੋੜ੍ਹੀ ਬਹੁਤੀ ਗੈਰਤ ਸੀ, ਉਹ ਸਾਰੇ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ। ਚਾਹੇ ਮੈਂ ਆਪਣੀ ਪੁਰਾਣੀ ਪਾਰਟੀ ਦੀ ਗੱਲ ਕਰਦਾ, ਚਾਹੇ ਉਹਦੇ 'ਚ ਇੱਕ ਗਲੀ ਲੈਵਲ ਦਾ ਕੋਈ ਕਾਰਕੁਨ ਆ ਅਤੇ ਜਾਂ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ ਜਾਂ ਉੱਥੋਂ ਦੀ ਐਗਜ਼ੈਕਟਿਵ ਹੋਵੇ, ਬੜੀ ਪੂਅਰ ਲੀਡਰਸ਼ਿਪ ਆ। ਔਰ ਇੰਨੀ ਪੂਅਰ ਲੀਡਰਸ਼ਿਪ ਦੇ ਨਾਲ ਜਿੱਥੇ ਕਾਂਗਰਸ ਪਾਰਟੀ ਦਾ ਨੁਕਸਾਨ ਹੋਇਆ, ਉੱਥੇ ਦੇਸ਼ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ। ਕੋਈ ਜਦ ਤੱਕ ਜੇ ਸਰਕਾਰ ਬਣਾਉਣੀ ਜ਼ਰੂਰੀ ਨਹੀਂ ਹੁੰਦੀ, ਸਟਰੋਂਗ ਆਪੋਜੀਸ਼ਨ ਵੀ ਬੜੀ ਜ਼ਰੂਰੀ ਹੁੰਦੀ ਹੈ। ਸੋ ਅਸੀਂ ਸਰਕਾਰ ਤਾਂ ਨਹੀਂ ਦੇ ਸਕੇ, ਅਸੀਂ ਸਟਰੋਂਗ ਆਪੋਜੀਸ਼ਨ ਵੀ ਇਹ ਪਾਰਟੀਆਂ ਨਹੀਂ ਦੇ ਪਾਈਆਂ। ਸੋ ਇੱਦਾਂ ਬੜੀਆਂ ਗੱਲਾਂ ਨੇ, ਉਹ ਲੰਬੀਆਂ ਚੌੜੀਆਂ 'ਚ ਆ ਜਾਵਾਂਗੇ। ਪਰ ਅੱਜ ਜਿਸ ਪਾਰਟੀ ਦਾ ਆਪਣਾ ਸਟਰਕਚਰ ਫੇਲ ਹੋ ਜਾਏ, ਜਿਸ ਪਾਰਟੀ ਦੇ ਵੱਡੇ ਵੱਡੇ ਸੀਨੀਅਰ ਨੇਤਾ ਪਾਰਟੀ ਬਦਲ ਜਾਣਾ, ਥੋੜ੍ਹੇ ਦਿਨ ਪਹਿਲਾਂ ਹੀ ਕੱਲ੍ਹ ਕੇ ਪਰਸੋਂ ਕਾਨੂੰਨ ਮੰਤਰੀ ਰਹੇ ਸਾਡੇ ਅਸ਼ਵਨੀ ਕੁਮਾਰ ਜੀ, ਉਹ ਵੀ ਪਾਰਟੀ ਬਦਲ ਗਏ ਨੇ। ਇਸ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚ ਅੱਜ ਇੱਕ ਦੂਜੇ ਨੂੰ ਬਾਹਾਂ ਚੜ੍ਹਾ ਕੇ ਗਾਲਾਂ ਕੱਢੀਆਂ ਜਾ ਰਹੀਆਂ ਨੇ, ਔਰ ਜਿੱਥੇ ਚੀਫ ਮਿਨਿਸਟਰ ਦਾ ਆਪਣਾ ਸਕਾ ਭਰਾ ਪਾਰਟੀ ਦੇ ਅਗੇਂਸਟ ਇਲੈਕਸ਼ਨ ਲੜ ਰਿਹਾ, ਮੌਜੂਦਾ ਮਿਨਿਸਟਰ ਗੁਰਜੀਤ ਸਿੰਘ ਰਾਣਾ ਦਾ ਬੇਟਾ ਪਾਰਟੀ ਦੇ ਖਿਲਾਫ ਇਲੈਕਸ਼ਨ ਲੜ ਰਿਹਾ, ਔਰ ਹੋਰ ਬਾਕੀ ਜਗ੍ਹਾ 'ਤੇ ਬਹੁਤ ਵੱਡੀ ਅਨਾਰਕੀ ਆ। ਅੱਜ ਪਾਰਟੀ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਤਾਂ ਬੜੀ ਦੂਰ ਦੀ ਗੱਲ, ਇੱਕ ਸ਼ੋ ਕਾਜ਼ ਨੋਟਿਸ ਤੱਕ ਨਹੀਂ ਉਹਨਾਂ ਨੂੰ ਕੱਢ ਪਾਈ। ਸੋ ਜਿੱਥੇ ਪਾਰਟੀ ਦੀ ਲੀਡਰਸ਼ਿਪ ਖਤਮ ਹੋ ਜੇ, ਪਾਰਟੀ ਦਾ ਸਟਰਕਚਰ ਖਤਮ ਹੋ ਜੇ, ਉਹ ਪਾਰਟੀ ਬਹੁਤੀ ਦੇਰ ਚੱਲ ਨਹੀਂ ਸਕਦੀ। ਸੋ ਅੱਜ ਮੈਂ ਅੱਗੇ ਇੱਕ ਗੱਲ ਕਰਦਾ ਸੀਗਾ ਕਿ ਪੰਜਾਬ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਆ ਜਾਂ ਹਿੰਦੁਸਤਾਨ 'ਚ ਕਿਹੜੀ ਚੀਜ਼ ਦੀ ਕਮੀ ਆ। ਅਸੀਂ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਰਿਸੋਰਸਫੁੱਲ ਹਾਂ। ਇੱਥੇ ਹਰ ਚੀਜ਼, ਚਾਹੇ ਫਰਟਾਈਲ ਲੈਂਡ ਹੋਇਆ, ਚਾਹੇ ਮਿਨਰਲਸ ਨੇ, ਕੋਈ ਚੀਜ਼ ਦੀ ਕਮੀ ਨਹੀਂ ਕਿ ਸਾਨੂੰ, ਔਰ ਸਾਡੇ ਤੋਂ ਵਰਕ ਫੋਰਸ ਬਹੁਤ ਵੱਡੀ ਹੈ, ਅਸੀਂ ਦੁਨੀਆ ਜਿੱਤ ਸਕਦੇ ਹਾਂ। ਪਰ ਅੱਜ ਹਿੰਦੁਸਤਾਨ ਦੀ ਬਦਕਿਸਮਤੀ ਜਾਂ ਪੰਜਾਬ ਅੱਜ 18ਵੇਂ 19ਵੇਂ ਪਾਏਦਾਨ 'ਤੇ ਆ ਗਿਆ। ਉਹਦਾ ਕਾਰਨ ਕੀ ਆ? ਅੱਜ ਲੋਕੀ ਇੱਥੇ ਨਸ਼ੇ, ਬੇਰੁਜ਼ਗਾਰੀ, ਲੱਖਾਂ ਲੋਕ ਜਿਹੜੇ ਨੇ ਉਹ ਨੌਕਰੀਆਂ, ਇੱਕ ਤੁਸੀਂ ਪੀਐਨ ਦੀ ਨੌਕਰੀ ਕੱਢ ਦਿਓ, ਉਹਦੇ ਲਈ ਲੱਖਾਂ ਪੋਸਟ ਗ੍ਰੈਜੂਏਟ ਦੀਆਂ ਐਪਲੀਕੇਸ਼ਨਸ ਆ ਜਾਂਦੀਆਂ। ਇਹ ਸਟੇਟ ਦਾ ਸ਼ੀਸ਼ਾ ਵਾ, ਇਹ ਸਟੇਟ ਦੀ ਹਾਲਾਤ ਆ ਜੋ ਅੱਜ ਇੱਥੇ ਆਪਾਂ ਵੇਖਦੇ ਹਾਂ ਕਿ ਇੱਕ ਨੌਕਰੀ ਵਾਸਤੇ ਪੋਸਟ ਗ੍ਰੈਜੂਏਟ, ਪੀਐਨ ਦੀ ਨੌਕਰੀ ਵਾਸਤੇ ਪੋਸਟ ਗ੍ਰੈਜੂਏਟ ਦੀਆਂ ਲੱਖਾਂ ਲੱਖਾਂ ਐਪਲੀਕੇਸ਼ਨਸ ਆ ਜਾਂਦੀਆਂ। ਇਹ ਸਟੇਟ ਦੀ ਦਸ਼ਾ ਤੁਹਾਨੂੰ ਦਰਸਾਉਂਦੀਆਂ ਨੇ। ਲੋਕੀ ਸਾਡੇ ਸਾਰੇ ਨੌਜਵਾਨ, ਸਾਡੀਆਂ ਧੀਆਂ ਭੈਣਾਂ, ਸਾਡੇ ਨੌਜਵਾਨ ਵੀਰ, ਉਹ ਸਾਰੇ ਵਿਦੇਸ਼ਾਂ 'ਚ ਜਾ ਰਹੇ ਨੇ। ਵਿਦੇਸ਼ਾਂ 'ਚ ਕੋਈ ਕੈਨੇਡਾ ਜਾ ਰਿਹਾ, ਕੋਈ ਅਮਰੀਕਾ, ਕੋਈ ਨਿਊਜ਼ੀਲੈਂਡ, ਕੋਈ ਆਸਟ੍ਰੇਲੀਆ, ਜਿੱਥੇ ਵੀ ਕਿਸੇ ਨੂੰ। ਮੈਂ ਹੁਣ ਇੱਕ ਤੁਹਾਡੇ ਕੋਲ ਛੋਟੀ ਜਿਹੀ ਕੁਐਸਚਨ ਕਰਨਾ ਚਾਹੁੰਦਾ ਕਿ ਕੀ ਸਾਡੇ ਕੋਲ ਰਿਸੋਰਸਿਸ ਜ਼ਿਆਦਾ ਨੇ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਸਾਡੇ ਬੱਚੇ ਜਾ ਰਹੇ ਨੇ, ਕੀ ਉੱਥੇ ਦਰਖਤਾਂ ਦੇ ਨਾਲ ਡਾਲਰ ਲੱਗਦੇ ਨੇ ਕਿ ਜਿਹੜੇ ਜਾ ਕੇ ਤੋੜ ਲੈਂਦੇ ਨੇ, ਜਾਂ ਸਰਕਾਰਾਂ ਉੱਥੇ ਸੋਨਾ ਨਿਕਲ ਰਿਹਾ ਕਿ ਉਹ ਪੁੱਟ ਕੇ ਲੋਕਾਂ ਨੂੰ ਦੇ ਦਿੰਦੀਆਂ ਨੇ? ਨਹੀਂ, ਉੱਥੇ ਸਿਰਫ ਇੱਕ ਹੀ ਫਰਕ ਆ, ਉਹਨਾਂ ਕੋਲ ਸਾਡੇ ਨਾਲੋਂ ਘੱਟ ਰਿਸੋਰਸਿਸ ਨੇ, ਪਰ ਉਹਨਾਂ ਕੋਲ ਇੱਕ ਚੀਜ਼ ਹੈਗੀ, ਉਹ ਹੈਗੀ ਇਮਾਨਦਾਰੀ, ਉਹ ਹੈਗੀ ਮਿਹਨਤ ਅਤੇ ਲੋਕਾਂ ਪ੍ਰਤੀ ਜਵਾਬਦੇਹੀ। ਉਹ ਇਮਾਨਦਾਰ ਸਰਕਾਰਾਂ ਨੇ, ਔਰ ਅੱਜ ਪੰਜਾਬ ਵੀ ਉੱਥੇ ਹੀ ਜਾ ਰਿਹਾ ਜਿਹੜੇ ਮੁਲਕਾਂ ਦੇ ਵਿੱਚ ਇਮਾਨਦਾਰ ਸਰਕਾਰਾਂ ਨੇ। ਪੰਜਾਬ ਬੜੇ ਸੂਝਵਾਨ ਨੇ, ਇਹ ਉਹਨਾਂ ਦੇਸ਼ਾਂ 'ਚ ਜਾ ਰਹੇ ਨੇ ਜਿੱਥੇ ਇਮਾਨਦਾਰ ਸਰਕਾਰਾਂ ਨੇ, ਜਿੱਥੇ ਇੱਕ ਬੰਦੇ ਦੀ ਕੋਈ ਸੋਸ਼ਲ ਸਿਕਿਉਰਿਟੀ ਹੈਗੀ ਆ, ਬੰਦੇ ਦੀ ਹੈਲਥ ਕੇਅਰ ਹੈਗੇ ਨੇ, ਹਰ ਬੰਦੇ ਦੀ ਇੱਕ ਆਪਣੀ ਲਾਈਫ ਦੀ ਕੀਮਤ ਹੈ।
ਸੋ ਇਹ ਸਾਰੀਆਂ ਚੀਜ਼ਾਂ ਇੱਥੇ ਵੀ ਦਿੱਤੀਆਂ ਜਾ ਸਕਦੀਆਂ ਜੇ ਇੱਥੇ ਇੱਕ ਮਿਹਨਤੀ ਇਮਾਨਦਾਰ ਸਰਕਾਰ ਆਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਸਾਨੂੰ ਸਾਰੇ ਪੰਜਾਬ ਵਾਲਿਆਂ ਨੂੰ, ਪੰਜਾਬ ਵਾਸੀਆਂ ਨੂੰ ਸਮੇਤ ਮੇਰੇ ਬਹੁਤ ਵੱਡੀ ਆਸ ਹੈ ਇਸ ਵੇਲੇ ਆਮ ਆਦਮੀ ਪਾਰਟੀ 'ਤੇ, ਔਰ ਲੋਕਾਂ ਨੇ ਆਪਣਾ ਮਨ ਬਣਾਇਆ। ਉਸੇ ਚੀਜ਼ ਨੂੰ ਲੈ ਕੇ ਮੈਂ ਵੀ ਇਸ ਪਰਿਵਾਰ ਨੂੰ ਜੁਆਇਨ ਕੀਤਾ। ਸਰ ਦੋ ਸਵਾਲ ਧੰਨਵਾਦ। ਹੈਗੇ ਤੁਹਾਡੀ ਸ਼ੈਲੀ ਵਿੱਚ। ਪਹਿਲੇ ਸੁਣ ਲਓ ਇੱਕ ਮਿੰਟ। ਪਹਿਲਾ ਸਵਾਲ, ਦੂਜਾ ਸਵਾਲ ਇਹ ਹੈ ਕਿ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਟਿਕਟ ਨਹੀਂ ਦਿੱਤੀ ਗਈ, ਉਹਦੇ ਆਊਟ ਆਫ ਰਿਜ਼ੈਂਟਮੈਂਟ ਜਿਹੜਾ ਉਹ ਰਿੰਟੂ ਜੀ ਨੇ ਪਾਰਟੀ ਜੁਆਇਨ ਕਰ ਲਈ ਹੈ। ਪਹਿਲੇ ਪਾਰਟੀ ਚੰਗੀ ਸੀ ਜਦੋਂ ਟਿਕਟ ਦਿੱਤੀ ਸੀ। ਇਹ ਦੋ ਗੱਲਾਂ ਨੇ। ਇੱਕ ਤੇ ਹੈਗਾ ਕਿ ਪਾਰਟੀ ਵੇਖੋ, ਮੈਂ ਬੜੀ ਓਪਨ ਗੱਲ 'ਚ ਕਹਿ ਦਾਂਗਾ, ਇੱਥੇ ਜਦੋਂ ਕਿਸੇ ਦਾ ਮੂੰਹ ਨਹੀਂ ਫੜਨਾ ਹੁੰਦਾ ਔਰ ਲੋਕ ਜਨਤਾ ਜਿਹੜੀ ਆ ਉਹ ਪਰਮੇਸ਼ਵਰ ਹੈ, ਉਹ ਕੁਝ ਵੀ ਪੁੱਛ ਸਕਦੀ ਹੈ। ਹਾਂ, ਕਈ ਇਹ ਗੱਲ ਕਹਿੰਦੇ ਕਿ ਹਾਂਜੀ ਕਿ ਟਿਕਟ ਨਹੀਂ ਮਿਲੀ, ਕੋਈ ਪਰਸਨਲ ਰੰਜਿਸ਼ ਸੀਗੀ, ਕਿਉਂ ਛੱਡ ਗਏ। ਮੈਂ ਤਾਂ ਤੁਹਾਨੂੰ ਆਪਣੀ ਸਫੋਕੇਸ਼ਨ ਦੱਸ ਦਿੱਤੀ ਹੈ, ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਕੋਈ ਕਿਸੇ ਕਿਸਮ ਜੇ ਮੈਨੂੰ ਕੋਈ ਪਰਸਨਲ ਲਾਲਚ ਹੁੰਦਾ ਤੇ ਟਿਕਟ ਤੇ ਮੈਨੂੰ ਇਹ ਵੀ ਦੇ ਦਿੰਦੇ, ਮੈਂ 2 ਮਹੀਨੇ ਪਹਿਲਾਂ ਜੁਆਇਨ ਕਰ ਲੈਂਦਾ। ਜੇ ਮੈਨੂੰ ਟਿਕਟ ਦਾ ਲਾਲਚ ਹੁੰਦਾ, ਮੈਨੂੰ ਬੀਜੇਪੀ ਵਾਲੇ ਵੀ ਟਿਕਟ ਲੈ ਕੇ ਮੇਰੇ ਘਰ ਆਏ ਸੀ, ਹੋਰ ਕਈ ਪਾਰਟੀਆਂ, PLC ਦੇ ਜਿਹੜੇ ਇਸ ਵੇਲੇ ਸੁਪਰੀਮੋ ਨੇ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦਾ ਮੇਰਾ ਬੜਾ ਪਿਆਰ ਰਿਹਾ, ਉਹ ਮੈਨੂੰ ਟਿਕਟ ਦਿੰਦੇ ਸੀਗੇ। ਟਿਕਟਾਂ ਦੀ ਕੋਈ ਕਮੀ ਪੇਸ਼ੀ ਨਹੀਂ ਗੀ। ਟਿਕਟ ਅੱਜ ਮੈਂ ਆਇਆ ਵਾਂ, ਅੱਜ ਕਿਸੇ ਟਿਕਟ ਲਈ ਨਹੀਂ ਆਇਆ। ਮੈਂ ਹੋਰ ਬਾਅਦ 'ਚ ਸਰਕਾਰ ਵੇਖ ਕੇ ਚੱਲ ਜਾਂਦਾ, ਜੇ ਮੈਨੂੰ ਕੋਈ, ਮੈਂ ਓਪਰਚੁਨਿਸਟ ਹੁੰਦਾ ਕਿ ਸਰਕਾਰ ਬਣੂਗੀ ਤੇ ਵੇਖਾਂਗੇ ਕਿਹਦੇ ਨਾਲ ਜਾਣਾ। ਸੋ ਇੱਦਾਂ ਦਾ ਕੋਈ ਵੀ ਮੇਰੀ ਮਨਸ਼ਾ ਨਹੀਂ। ਅਸੀਂ ਔਨ ਕੈਮਰਾ ਬੜੀ ਦਿਆਨਤਦਾਰੀ ਦੀ, ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਦੇ ਹਾਂ। ਲੋਕੀ ਸਾਡੇ ਤੇ ਯਕੀਨ ਕਰਨੋਂ ਹਟ ਗਏ ਨੇ। ਮੈਂ ਦੱਸਦਾ, ਪਹਿਲਾਂ ਮੇਰੀ ਗੱਲ ਸੁਣੋ। ਸੋ ਜਿਹੜੀ ਤੁਹਾਡੇ ਦਿਲ ਦੀ ਭਾਵਨਾ ਵਾ ਉਹ ਬਿਲਕੁਲ ਮੇਰੀ ਟਰਾਂਸਪੇਰੈਂਟ ਔਰ ਸਪਸ਼ਟ ਹੈ। ਉਹਨਾਂ ਦਾ ਇੱਕ ਹੀ ਮੰਤਵ ਹੈ ਕਿ ਆਮ ਆਦਮੀ ਪਾਰਟੀ ਨੂੰ ਪਾਵਰ 'ਚ ਆਉਣ ਤੋਂ ਰੋਕਣਾ। ਪਰ ਜਦੋਂ ਜਨਤਾ ਪਰਮੇਸ਼ਵਰ ਦਾ ਰੂਪ ਹੁੰਦੀ, ਪਰਮੇਸ਼ਵਰ ਨੇ ਆਪਣੇ ਤੋਂ ਇੱਕ ਦਰਜਾ ਉੱਪਰ ਸੰਗਤ ਨੂੰ ਦਿੱਤਾ। ਜਦੋਂ ਸੰਗਤ ਮਨ ਬਣਾ ਲੈਂਦੀ ਆ, ਫਿਰ ਇਹ ਕੌਨਸਪੀਰੇਸੀਜ਼ ਨਹੀਂ ਚੱਲਦੀਆਂ। ਅਸੀਂ ਜਿੱਥੇ ਲੋਕਾਂ ਨੇ ਮਨ ਬਣਾ ਲਿਆ ਸਾਥ ਦੇਣ ਦਾ, ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਜੇ ਬੇਈਮਾਨ ਫੋਰਸਸ ਇਕੱਠੀਆਂ ਹੋ ਸਕਦੀਆਂ ਤੇ ਜਿਹੜੀਆਂ ਚੰਗੀਆਂ ਫੋਰਸਸ ਨੇ ਉਹ ਇਕੱਠੀਆਂ ਹੋ ਕੇ ਇਸ ਪਾਰਟੀ ਨੂੰ ਕਿਉਂ ਨਹੀਂ ਲਿਆਉਂਦੀਆਂ। ਕੋਈ ਲੋੜ ਨਹੀਂ ਅਸਤੀਫਾ ਦੇਣ ਦੀ। ਅਸਤੀਫਾ ਪਹਿਲਾਂ ਮੈਂ ਆਪਣੇ ਸਾਥੀਆਂ ਨਾਲ ਇੱਕ ਮੀਟਿੰਗ ਕਰਾਂਗਾ, ਜਿਹੜੇ ਮੇਰੇ ਕਾਉਂਸਲਰ ਸਾਥੀ, ਮੇਰੇ ਮੈਂਬਰ ਨੇ। ਫਿਰ ਮੈਂ ਪਾਰਟੀ ਦੇ ਨਾਲ, ਆਪਣੀ ਦੇ ਨਾਲ ਸਲਾਹ ਕਰਾਂਗਾ। ਜੋ ਆਦੇਸ਼ ਮੈਨੂੰ ਮੇਰੇ ਕਾਉਂਸਲਰ ਸਾਥੀਆਂ ਦਾ, ਜੋ ਆਦੇਸ਼ ਸਾਡੀ ਪਾਰਟੀ ਦਾ ਹੋਏਗਾ, ਉਸ ਹਿਸਾਬ ਨਾਲ ਅਗਲੀ ਸਟ੍ਰੈਟਜੀ ਬਣਾ ਲਵਾਂਗੇ। ਜਾਂ ਤੁਸੀਂ ਉਹਨਾਂ ਨਾਲ ਜ਼ਿਕਰ ਕੀਤਾ ਕਿ ਮੈਨੂੰ ਸਫੋਕੇਸ਼ਨ ਹੋ ਰਹੀ ਹੈ? ਨਹੀਂ, ਮੈਂ ਦੇਖੋ ਜ਼ਿਕਰ ਤੇ ਕੋਈ ਨਹੀਂ ਕੀਤਾ ਉਹਨਾਂ ਦੇ ਨਾਲ, ਨਾ ਹੀ ਉਹ ਮੈਨੂੰ ਮਨਾਉਣ ਆਏ ਨੇ ਤੇ ਨਾ ਉਹਨਾਂ ਮੇਰੇ ਨਾਲ ਕੋਈ ਫੋਨ ਤੇ ਗੱਲ ਕੀਤੀ ਹੈ। ਕਿਉਂਕਿ ਉਹ ਦੱਸ ਸਕਦੇ, ਮੈਨੂੰ ਤੇ ਕੋਈ ਪ੍ਰੋਬਲਮ ਨਹੀਂ। ਤੁਸੀਂ ਯਾਰ ਸੁਣੋ, ਮੇਰੇ ਇੱਕ ਮਿੰਟ ਪਲੀਜ਼। ਤੁਸੀਂ ਮੈਨੂੰ ਕੁਐਸਚਨ ਕੀਤਾ, ਮੇਰੇ ਕੋਲ ਆਨਸਰ ਲੈ ਲਓ। ਕਾਰਨ ਜਿਹੜਾ ਮੇਰੇ ਵੱਲੋਂ ਉਹ ਤਾਂ ਮੈਂ ਆਨਸਰ ਦਊਂਗਾ, ਜਿਹੜਾ ਕਿਸੇ ਹੋਰ ਵੱਲੋਂ ਉਹ ਤੇ ਉਹੀ ਆਨਸਰ। ਸਫੋਕੇਸ਼ਨ ਦੀ ਗੱਲ ਕੀਤੀ ਹੈ, ਕੋਈ ਘਟਨਾ ਪ੍ਰੀਸਾਈਜ਼ਲੀ ਜਾਂ ਕੋਈ ਪਰਸਨ ਪ੍ਰੀਸਾਈਜ਼ਲੀ ਆਪਾਂ ਤੁਸੀਂ ਕਿਸੇ ਪ੍ਰੈਜ਼ੀਡੈਂਟ ਨਾਲ ਗੱਲ ਨਹੀਂ ਸਫੋਕੇਸ਼ਨ ਇਹ ਨਹੀਂ ਹੁੰਦੀ ਕਿ ਮੈਂ ਉੱਥੇ ਉਹਨਾਂ ਨੂੰ ਕਹਿੰਦਾ ਮੈਨੂੰ ਆਹ ਬਣਾ ਦਿਓ, ਆਹ ਬਣਾ ਦਿਓ, ਉਹਨਾਂ ਨਹੀਂ ਬਣਾਇਆ। ਕੋਈ ਵੀ ਪਾਰਟੀ ਮੇਰੇ ਪਿਓ ਦੀ ਪਾਰਟੀ ਨਹੀਂ ਕਿ ਜੋ ਮੈਂ ਕਹੂੰ ਹੋਏਗਾ। ਪਰ ਇੱਕ ਪਾਰਟੀ ਦਾ, ਹਰ ਪਾਰਟੀ ਦਾ ਇੱਕ ਸੰਵਿਧਾਨ ਹੁੰਦਾ, ਔਰ ਪਾਰਟੀ ਤੋਂ ਪਹਿਲਾਂ ਸਾਡੀ ਲਾਇਲਟੀ ਜਿਹੜੀ ਆ ਉਹ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਹੈ। ਠੀਕ ਹੈ, ਜੇ ਅਸੀਂ ਆਪਣੀ ਲਾਇਲਟੀ ਪੰਜਾਬ ਦੇ ਲੋਕਾਂ ਨਾਲ ਨਹੀਂ ਨਿਭਾ ਸਕਦੇ ਤਾਂ ਫਿਰ ਅਸੀਂ ਪਾਰਟੀ ਨਾਲ ਕੀ ਨਿਭਾਵਾਂਗੇ। ਸੋ ਮੇਰੀ ਫਸਟ ਪ੍ਰਾਇੋਰਟੀ ਪੰਜਾਬ ਦੇ ਲੋਕ ਨੇ, ਮੇਰੇ ਸ਼ਹਿਰ ਦੇ ਲੋਕ ਨੇ। ਤੁਸੀਂ ਮੇਰਾ ਇਹ 4 ਸਾਲ ਦਾ ਟੈਨਿਓਰ ਦੇਖਿਆ, ਉਹਦੇ 'ਚ ਮੈਂ ਤਹਿ ਦਿਲੋਂ ਇਸ ਸ਼ਹਿਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ, ਔਰ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ, ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਤੇ ਇੱਕ ਵੀ ਕੋਈ ਛਿੱਟਾ ਕਿਸੇ ਕੋਈ ਨਹੀਂ ਪਿਆ। ਸੋ ਹੁਣ ਗੱਲ ਇਹ ਹੁੰਦੀ ਕਿ ਜਦੋਂ ਕੋਈ ਪਾਰਟੀ ਚੇਂਜ ਕਰਦਾ, ਹਰ ਬੰਦੇ ਦਾ ਇੱਕ ਪੋਲੀਟੀਕਲ ਆਕੂਮਨ ਆ, ਹਰ ਬੰਦੇ ਦੀ ਆਪਣੀ ਸੋਚ ਹੈ, ਉਹ ਆਪਣੇ ਹਿਸਾਬ ਨਾਲ ਸੋਚਦਾ। ਕਿਉਂਕਿ ਅੱਜ ਕੱਲ੍ਹ ਇਹ ਵੀ ਬੜਾ ਰਿਵਾਜ ਹੈ ਕਿ ਜੇ ਤੁਸੀਂ ਲਾਲਚ ਨਾ ਜਾਣਾ ਤਾਂ ਦੂਜੀਆਂ ਪਾਰਟੀਆਂ 'ਚ ਹੋਰ ਕਈ ਕੁਛ ਵੀ ਬੜਾ ਮਿਲਦਾ, ਉੱਥੇ ਤੁਹਾਨੂੰ ਪੋਜੀਸ਼ਨਾਂ ਵੀ ਮਿਲਦੀਆਂ ਨੇ, ਉੱਥੇ ਫਿਰ ਕੱਲ੍ਹ ਨੂੰ ਤੁਹਾਨੂੰ ਠੇਕਾ ਵੀ ਮਿਲ ਜਾਂਦਾ ਕਿ ਤੁਸੀਂ ਕੋਈ ਗੱਲ ਨਹੀਂ, ਹੁਣ ਤੁਹਾਡੇ ਆਪਣੇ ਜੋ ਮਰਜ਼ੀ ਲੁੱਟ ਮਾਰ ਕਰੋ। ਸੋ ਉਹਨਾਂ ਚੀਜ਼ਾਂ ਨਾਲ ਮੈਂ ਜਾਣਾ ਹੁੰਦਾ ਜਾਂ ਮੇਰਾ ਉਹ ਮੋਟਿਵ ਹੁੰਦਾ। ਤੇ ਬੜੀਆਂ ਪਾਰਟੀਆਂ ਨੇ, ਔਰ ਤੁਸੀਂ ਸਾਰੇ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦੇ, ਤੁਹਾਨੂੰ ਪਤਾ ਕਿ ਸਾਰੀਆਂ ਹੀ ਆਪਸ਼ਨ ਮੇਰੇ ਲਈ ਖੁੱਲੀਆਂ ਸੀ। ਮੈਂ ਦੱਸਣ ਲੱਗਾ, ਇਹ ਔਨ ਕੈਮਰਾ ਤੇ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਪਰ ਜਿੱਥੇ ਕੋਈ ਪਰਸਨਲ ਗੱਲ ਹੁੰਦੀ ਹੈ, ਅਸੀਂ ਉਸ ਗੱਲ ਨੂੰ ਹਮੇਸ਼ਾ ਹਰ ਜਗ੍ਹਾ ਦੇ ਉੱਤੇ ਫਲੈਗ ਕੀਤਾ। ਜਿੱਥੇ ਆਪਣੀ ਹਾਈ ਕਮਾਂਡ ਜਿੰਨੀ ਸਾਡੀ ਉਹਨਾਂ ਨੇ ਸੁਣੀ, ਅਸੀਂ ਉਹਨਾਂ ਨੂੰ ਸੁਣਾਈ ਕਿ ਆਹ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ। ਪਰ ਸਮ ਟਾਈਮ ਜਦੋਂ ਤੁਸੀਂ ਸੱਤਾ 'ਚ ਹੁੰਦੇ ਜੇ, ਉਦੋਂ ਨਸ਼ਾ ਇੱਦਾਂ ਦਾ ਹੁੰਦਾ, ਉਦੋਂ ਆਪਾਂ ਸਮਝਦੇ ਹਾਂ ਕਿ ਸਾਰਾ ਪਿੰਡ ਹੀ ਮਿੱਤਰਾਂ ਦਾ ਦੀਦਾ, ਕਿ ਹੁਣ ਕੋਈ ਨਹੀਂ, ਇਹ ਸਾਰੇ ਸਾਡੇ ਲੱਗਣੇ ਆ। ਪਰ ਜਦੋਂ ਇੱਕ ਪੇਪਰਾਂ ਦਾ ਟਾਈਮ ਆ ਜਾਂਦਾ, ਫਿਰ ਸਮਝ ਆਉਂਦੀ ਕਿ ਹੁਣ ਕੀ ਭਾਅ ਤੁਲਣੀ ਹੈ। ਸੋ ਹੁਣ ਇਹ ਐਗਜ਼ਾਮ ਆ ਗਏ ਨੇ,
ਵਿੱਚ ਸਮਝ ਆ ਜਾਏਗੀ। ਪਰ ਜਦੋਂ ਉਹ ਜਰਾ ਰਿੰਟੂ ਜੀ ਇਹ ਫੈਸਲਾ ਜਿਹੜਾ ਦੇਰੀ ਨਾਲ ਕਿਉਂ ਲਿੱਤਾ ਗਿਆ ਜੀ? ਪਰ ਤੁਹਾਨੂੰ ਪ੍ਰੋਜੈਕਟ ਦੇ ਬਹੁਤ ਸਾਰੇ ਦਿੱਤੇ ਸੀ ਕਿਉਂਕਿ ਤੁਸੀਂ ਬਹੁਤ ਸਾਰੇ ਨਹੀਂ ਪ੍ਰੋਜੈਕਟ ਲੈ ਕੇ ਆਏ ਹੋ। ਗਿਣਾਇਓ ਕਿਹੜਾ ਦਿੱਤਾ ਸੀ? ਤੁਸੀਂ ਹਾਂ ਉਹ ਲੈ ਕੇ ਆਏ ਨੇ। ਮੈਂ ਵੇਖੋ ਪਾਰਟੀ ਦੀ ਓਨੈਸਟ ਗੱਲ, ਮੈਂ ਤੇ ਸਾਰੀ ਨੈਸ਼ਨਲ ਪ੍ਰੈਸ ਦੇ ਸਾਹਮਣੇ ਬੈਠਾ, ਜਿੰਨੇ ਵੀ ਪ੍ਰੋਜੈਕਟ ਨੇ ਇੱਕ ਅਸੀਂ ਆਪਣੇ ਫੰਡ ਬਹੁਤ ਸਾਰੀ ਜਿਹੜੀ ਇੱਥੇ ਸਾਡੇ ਲੀਕੇਜ ਸੀ ਉਹਨੂੰ ਅਸੀਂ ਪਲੱਗ ਇਨ ਕੀਤਾ। ਇੱਥੇ 6-6 ਮਹੀਨੇ ਤਨਖਾਹਾਂ ਨਹੀਂ ਸੀ ਮਿਲਦੀਆਂ, ਤੁਸੀਂ ਹੁਣ ਕਾਰਪੋਰੇਸ਼ਨ ਵੇਖੀ ਅਪ ਟੂ ਡੇਟ ਅਸੀਂ ਤਨਖਾਹ ਦਿੰਦੇ, ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਜਿੰਨੇ ਵੀ ਪ੍ਰੋਜੈਕਟ ਲੈ ਕੇ ਆਏ ਉਹਦੇ ਵਿੱਚ ਕੁਛ ਅਸੀਂ ਆਪਣੇ ਪਰਸਨਲ ਪ੍ਰੋਜੈਕਟ ਕੀਤੇ ਔਰ ਕੁਝ ਸੈਂਟਰ ਗਵਰਨਮੈਂਟ ਦੀ ਜਿਹੜੀ ਫੰਡਿੰਗ ਸੀ ਉਹਦੇ ਲੈ ਕੇ ਆਏ। ਔਰ ਮੈਨੂੰ ਮਾਣ ਹੈ ਕਿ ਜਿਹੜੀਆਂ ਪਿਛਲੀਆਂ 3 ਸਰਕਾਰਾਂ ਨਹੀਂ ਕਰ ਸਕੀਆਂ 24/7 ਵਾਟਰ ਸਪਲਾਈ ਜਿਹੜੀ ਹੁਣ ਸਾਡੀ ਆਉਣੀ ਹੈ ਇੱਥੋਂ ਨਹਿਰਾਂ ਤੋਂ, ਉਹਦਾ ਵਾਟਰ ਟ੍ਰੀਟਮੈਂਟ ਪਲਾਂਟ ਲੱਗ ਰਿਹਾ, ਉਹਦੀ 40 ਕਿੱਲੇ ਜ਼ਮੀਨ ਖਰੀਦ ਲਈ ਔਰ 2200 ਕਰੋੜ ਰੁਪਏ ਦਾ ਵਰਲਡ ਬੈਂਕ ਨੇ ਸਾਨੂੰ ਉਹਦਾ ਲੋਨ ਦਿੱਤਾ ਸੀ। ਉਹ ਪ੍ਰੋਜੈਕਟ ਜਿਹੜਾ ਵਰਲਡ ਬੈਂਕ ਦਾ ਮੈਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਸ਼ਹਿਰ ਨੂੰ ਇਹ ਲੋਨ ਦਿੱਤਾ ਔਰ 2200 ਕਰੋੜ 1100 ਕਰੋੜ ਰੁਪਏ ਦੇ ਟੈਂਡਰ ਲੱਗ ਕੇ ਵਰਕ ਆਰਡਰ ਹੋ ਗਏ ਨੇ ਔਰ ਕੰਮ ਸ਼ੁਰੂ ਹੋ ਗਿਆ ਫਸਟ ਫੇਜ਼ ਦਾ। ਇਹ ਜਿਹੜਾ ਫੈਸਲਾ ਲਿੱਤਾ ਗਿਆ ਬਿੱਤੇ ਤੋਂ ਪਹਿਲਾਂ ਵੀ ਲਿੱਤਾ ਜਾ ਸਕਦਾ ਸੀ, ਹੁਣੇ ਮਤਲਬ ਪਹਿਲਾਂ ਦੇਖੋ ਸੁਣੋ, ਮੈਂ ਪਤਾ ਹੁਣ ਇਹ ਬੜੇ ਕੁਐਸਚਨ ਨੇ, ਤੁਹਾਡਾ ਹੱਕ ਵੀ ਬਣਦਾ ਪੁੱਛਣ ਦਾ, ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ, ਉਦੋਂ ਕਿਉਂ ਨਹੀਂ ਕੀਤਾ, ਉਦੋਂ ਕਿਉਂ ਨਹੀਂ ਕੀਤਾ। ਉਹਦਾ ਕਾਰਨ ਇਹ ਆ ਕਿ ਜੇ ਆਮ ਆਦਮੀ ਨਵੀਂ ਪਾਰਟੀ ਆ ਹੋਣ ਚਾਹੀਏ, ਠੀਕ ਹੈ ਨਾ। 7 ਸਾਲ ਇਹਨਾਂ ਨੇ ਦਿੱਲੀ 'ਚ ਰਾਜ ਕੀਤਾ, 7 ਸਾਲ 'ਚ ਇਹਨਾਂ ਦੇ 3 ਲਿਟਮਸ ਟੈਸਟ ਹੋ ਗਏ ਨੇ, 3 ਵਾਰੀ ਇਹ ਲੋਕਾਂ ਦਾ ਫਤਵਾ ਲੈ ਕੇ ਆਏ ਨੇ ਔਰ ਜਦੋਂ ਹੁਣ ਆਏ ਨੇ ਤੇ ਉਹਦੇ 'ਚ ਕਾਂਗਰਸ ਤੇ ਹੋਰਾਂ ਪਾਰਟੀਆਂ ਦੀਆਂ 0-0 ਸੀਟਾਂ ਆਈਆਂ ਨੇ ਤੇ ਥੰਪਿੰਗ ਮੈਜੋਰਟੀ ਦੇ ਨਾਲ ਇਹ ਪਾਰਟੀ ਜਿੱਤ ਕੇ ਆਈ ਹੈ। ਨਵੀਂ ਪਾਰਟੀ ਆਈ ਹੈ, ਜੇ ਪਹਿਲਾਂ 10 ਸਾਲ ਆ ਜਾਂਦੀ ਤਾਂ ਅਸੀਂ ਉੱਧਰ ਚਲੇ ਜਾਂਦੇ, ਕਿਉਂਕਿ ਗੱਲ ਇਸ ਵੇਲੇ ਇਹ ਆ ਸੈਲਫ ਇੰਟਰਸਟ ਦੀ ਗੱਲ ਨਹੀਂ, ਕਿ ਗੱਲ ਪੰਜਾਬ ਦੀ ਹੈ, ਪੰਜਾਬ ਦੇ ਲੋਕਾਂ ਦੀ ਹੈ। ਮੈਂ ਇਹ ਨਹੀਂ ਕਿਹਾ ਕਿ ਸਾਰਾ ਪੰਜਾਬ ਮੇਰੇ ਸਿਰ ਤੇ ਮੈਂ ਹੀ ਬਚਾ ਲੂੰਗਾ, ਮੈਂ ਆਪਣਾ ਛੋਟਾ ਮੋਟਾ ਜਿੰਨਾ ਕੁ ਹਿੱਸਾ ਮੇਰੇ ਕੋਲ ਪੈਂਦਾ ਮੈਂ ਉਹ ਪਾ ਸਕਦਾ ਔਰ ਉਹ ਅੱਜ ਮੈਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਦੇ 'ਚ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ। ਕਿਸੇ ਨੇ ਤੁਹਾਨੂੰ ਬਹੁਤ ਸਾਰੀ ਦੁਨੀਆ ਨੇ ਮੈਨੂੰ ਐਪਰੀਸ਼ੀਏਟ ਕੀਤਾ, ਕੋਈ 1-2-4 ਸੱਜਣ ਇੱਦਾਂ ਦੇ ਵੀ ਹੁੰਦੇ ਜਿਹੜੇ ਕਹਿੰਦੇ ਨਹੀਂ ਐਸੇ ਜੀ ਵੈਸੇ ਤੁਹਾਨੂੰ ਪਾਰਟੀ ਨੇ ਬੜਾ ਕੁਝ ਦਿੱਤਾ ਜੀ। ਮੈਂ ਕਿਹਾ ਪਾਰਟੀ ਨੇ ਮੈਨੂੰ 4 ਸਾਲ ਮੇਅਰ ਬਣਾਇਆ ਔਰ ਮੇਅਰ ਬਣਾਇਆ, ਮੈਂ ਪਾਰਟੀ ਦੀ ਸੇਵਾ ਕੀਤੀ। ਮੇਅਰ 'ਚੋਂ ਮੈਂ ਕੋਈ ਕੱਢ ਕੇ ਤਾਂ ਨਹੀਂ ਲੈ ਕੇ ਚੱਲਿਆ ਜਾਂ ਲੈ ਕੇ ਗਿਆ, ਪਰ 25 ਸਾਲ ਆਪਣੀ ਜ਼ਿੰਦਗੀ ਦੇ ਜਿਹੜੇ ਬੜੇ ਪ੍ਰੇਸ਼ੀਅਸ ਸੀ ਉਹ ਮੈਂ ਪਾਰਟੀ ਲਈ ਦਿੱਤੇ ਔਰ ਦਿਨ ਰਾਤ ਦਿੱਤੇ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ 25 ਸਾਲ ਲਗਾਤਾਰ ਕੋਈ ਆਪੋਜੀਸ਼ਨ ਰਹੀ, ਕੁਛ ਹੋਇਆ, ਮੈਂ ਪਾਰਟੀ ਲਈ ਦਿਨ ਰਾਤ ਕੰਮ ਕੀਤਾ। ਸੋ ਇਹਦੇ 'ਚ ਜੇ ਪਾਰਟੀ ਨੇ ਮੈਨੂੰ 4 ਸਾਲ ਲਈ ਮੇਅਰ ਬਣਾਇਆ ਅਤੇ ਮੈਂ ਪਾਰਟੀ ਨੂੰ ਆਪਣੀ ਜ਼ਿੰਦਗੀ ਦੇ 25 ਸਾਲ ਆਪਣੇ ਪਰਿਵਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਸਾਰੇ ਬਿਜ਼ਨਸ ਛੱਡ ਕੇ, ਸਾਰਾ ਕੁਝ ਛੱਡ ਕੇ ਉਹ ਪਾਰਟੀ ਵਾਸਤੇ ਵੀ ਦਿੱਤੇ। ਸੋ ਇਹ ਹਿਸਾਬ ਕਿਤਾਬਾਂ 'ਚ ਪੈ ਜਾਈਏ ਤੇ ਫਿਰ ਕਈ ਬੰਦੇ ਇਹ ਵੀ ਕਹਿ ਦਿੰਦੇ ਜੀ ਤੁਸੀਂ ਪਾਰਟੀ ਦੇ ਪਿੱਠ 'ਚ ਛੁਰਾ ਮਾਰਿਆ। ਮੈਂ ਕਿਹਾ ਪਾਰਟੀ ਨੇ ਜਿੰਨੀ ਵਾਰੀ ਮੇਰੀ ਪਿੱਠ 'ਚ ਛੁਰਾ ਮਾਰਿਆ ਉਹ ਵੀ ਵੇਖ ਲਿਓ। ਸੋ ਇਹ ਹਿਸਾਬ ਕਿਤਾਬ ਹੁੰਦੇ, ਇਹਨਾਂ ਗੱਲਾਂ 'ਚ ਨਾ ਆਪਾਂ ਪਈਏ, ਆਪਾਂ ਲਾਈਕ ਤੁਹਾਡੇ ਜਾਣ ਦੇ ਨਾਲ ਤੇ ਮੈਂ ਸ਼ਹਿਰ ਦਾ ਮੇਅਰ ਹਾਂ, 5 ਸੀਟਾਂ ਨੂੰ ਏਜੰਟ ਪਏਗਾ ਜੇ ਲੋਕਾਂ ਦੇ। ਮੈਂ ਵੇਖੋ ਮੈਂ ਇੱਕ ਹਲਕੇ 'ਚ ਕੰਮ ਨਹੀਂ ਕੀਤੇ, ਮੈਂ ਸ਼ਹਿਰ ਦੇ 5 ਹਲਕਿਆਂ 'ਚ ਕੰਮ ਕੀਤੇ। ਮੈਂ ਦੱਸਦਾ ਜੀ, ਮੈਂ ਸ਼ਹਿਰ ਦੇ 5 ਹਲਕਿਆਂ 'ਚ ਕੰਮ ਕੀਤੇ ਔਰ ਗਰੰਟੀ ਨਾਲ ਮੈਂ ਔਨ ਰਿਕਾਰਡ ਇੱਥੇ ਤੁਹਾਡੇ ਸਾਹਮਣੇ ਰੱਖ ਦੂੰਗਾ ਕਿ ਚਾਹੇ ਕੋਈ ਕਾਂਗਰਸ, ਚਾਹੇ ਅਕਾਲੀ ਦਲ, ਚਾਹੇ ਕੋਈ BJP, ਚਾਹੇ ਕੋਈ ਇੰਡੀਪੈਂਡੈਂਟ, ਬਿਲਕੁਲ ਬਰਾਬਰ ਦੀ ਡਿਵੈਲਪਮੈਂਟ ਕੀਤੀ ਔਰ ਬਰਾਬਰ ਦੇ ਫੰਡ ਐਲੋਕੇਟ ਕੀਤੇ, ਕਦੀ ਕਿਸੇ ਨਾਲ ਭੇਦਭਾਵ ਨਹੀਂ ਕੀਤਾ। ਇੱਥੇ ਮੇਰੇ ਸਾਹਮਣੇ ਜਿਹੜਾ ਮਰਜ਼ੀ ਕੌਂਸਲਰ ਜੋਤ ਕੌਰ ਸਿੱਧੂ ਹੋਣਾ ਵੱਲੋਂ ਕਿ ਸਾਨੂੰ ਫੰਡ ਨਹੀਂ ਦਿੱਤੇ ਜਾਂਦੇ, ਸਾਡੇ ਏਰੀਆ ਦੀ ਡਿਵੈਲਪਮੈਂਟ ਨਹੀਂ ਕਰਾਈ ਗਈ ਇਸ ਵਕਤ, ਉਹਦੇ ਤੇ ਕੀ ਕਹੋਗੇ? ਨਹੀਂ ਕੋਈ ਨਹੀਂ, ਮੈਂ ਉਹਨਾਂ ਨੂੰ ਜਦੋਂ ਮਰਜ਼ੀ, ਉਹ ਸਾਡੇ ਸਤਿਕਾਰਯੋਗ, ਆਪਾਂ ਹਿਸਾਬ ਦੇ ਦਿਆਂਗੇ ਉਹਨਾਂ ਨੂੰ। ਤੇ ਹੁਣ ਇਸ ਕਰਕੇ ਵਾਸਤੇ ਕੋਈ ਸਪੈਸ਼ਲ ਜਿਹੜਾ ਚੁਣਾਵ ਪ੍ਰਚਾਰ ਕਰਨ ਜਾਓਗੇ ਜੀ ਇਸ ਤਰ੍ਹਾਂ? ਦੱਸੋ ਕਰਨਾ ਨਹੀਂ, ਜਿੱਥੇ ਇਹ ਬੈਠੇ ਨੇ ਮਾਲਕ ਬੈਠੇ ਪਾਰਟੀ ਦੇ, ਜਿੱਥੇ ਭੇਜਣਗੇ ਜਾਵਾਂਗੇ, ਜਾਣਾ ਕਿਉਂ ਨਹੀਂ। ਸਾਹਮਣੇ 2 ਚੋਰ ਬੈਠੇ ਆ, ਤੁਹਾਨੂੰ ਇੱਕ ਤੀਜਾ ਇਮਾਨਦਾਰ ਬੰਦਾ ਸਾਹਮਣੇ ਬਹਿ ਜਾਂਦਾ, ਇੱਕ ਤੁਹਾਨੂੰ ਓਪਰਚੁਨਿਟੀ ਮਿਲੀ, ਉਹ ਮੌਕਾ ਨਹੀਂ ਮਿਲਿਆ, ਉਹ ਬੜੀ ਵੱਡੀ ਓਪਰਚੁਨਿਟੀ ਹੈ। ਸੋ ਇਹ ਓਪਰਚੁਨਿਟੀ ਨੂੰ ਲੋਕੀ ਅਵੇਲ ਕਰ ਰਹੇ ਨੇ। ਤੁਹਾਨੂੰ ਮੌਕਾ ਮਿਲਿਆ, ਮਤਲਬ ਕਿ ਮੌਕਾ ਹੈ ਕਿ ਵਿਕਲਪ ਨਹੀਂ ਸਮਝਦੇ ਸੀ ਕਿ ਆਮ ਆਦਮੀ ਪਾਰਟੀ ਦਾ? ਮੈਂ ਵੇਖੋ ਜੇ ਕੋਈ ਵੀ ਬੰਦਾ ਥੋੜ੍ਹਾ ਬਹੁਤਾ ਵੀ ਲੋਕ ਸੇਵਾ, ਸਮਾਜ ਸੇਵਾ, ਜਾਂ ਜੇ ਅਸੀਂ ਪੋਲੀਟਿਕਸ 'ਚ 2-3 ਕਾਰਨ ਨੇ ਕਿ ਜੇ ਤੇ ਕੋਈ ਰੇਤ ਦਾ ਕੰਮ ਕਰਨਾ, ਸ਼ਰਾਬ ਦਾ ਕੰਮ ਕਰਨਾ, ਨਸ਼ੇ ਵੇਚਣੇ, ਤੇ ਉੱਦਾਂ ਦੀ, ਜਾਂ ਪੁਲਿਸ ਥਾਣਿਆਂ 'ਚ ਆਪਣੀ ਮਰਜ਼ੀ ਦੇ ਆਫੀਸਰ ਲਵਾ ਕੇ ਲੋਕਾਂ ਨੂੰ ਕੁੱਟਣਾ ਤੇ ਉਹਨਾਂ ਕੋਲ ਪੈਸੇ ਲੈਣੇ ਲੋਕਾਂ ਦੇ ਕੇਸਾਂ 'ਚ, ਜਾਂ ਇੱਦਾਂ ਦੀ ਜੋ ਵੀ ਅੱਜ ਕੱਲ੍ਹ ਚੱਲਦਾ ਤੁਹਾਨੂੰ ਪਤਾ। ਇੱਕ ਤੇ ਉਹ ਵਾਲੀ ਰਾਜਨੀਤੀ ਹੈ, ਮੇਰੀ ਉਹ ਵਾਲੀ ਰਾਜਨੀਤੀ ਤੇ ਮੈਨੂੰ ਦੱਸ ਦਿਓ। ਖਾ ਲਈ ਦੀ, ਚਲੋ ਜੇ ਕੁਝ ਆਪਣਾ ਸ਼ੌਂਕ ਆ ਔਰ ਲੋਕਾਂ ਦਾ ਭਲਾ ਕਰ ਸਕਦੇ ਕਰ ਦਈਏ। ਜੇ ਭਲਾਈ ਕਰਨਾ ਤੇ ਸਾਫ਼ ਸੁਥਰੇ ਲੋਕਾਂ 'ਚ ਬਹਿ ਕੇ ਕਰਾਂਗੇ ਨਾ, ਤੇ ਜੋ ਕਰ ਸਕਦੇ ਉਹ ਲੋਕਾਂ ਦਾ ਕਰਾਂਗੇ। बत्ती फ्री मिलेगी, लेकिन जो 10 किलोवाट के मिडिल क्लास लोग हैं उनके लिए कुछ इस तरह का कोई आपका विचार है? क्योंकि 300 यूनिट तक तो हो गया, तो उसके आगे वाले क्या करेंगे?
300 यूनिट अपने आप में एक बहुत बड़े सेगमेंट को कवर करता है। क्योंकि मिडिल क्लास जो है उसके बीच में आ जाता है। अमृतसर में ऐसा नहीं है। दिल्ली में जब हमने 200 यूनिट फ्री की है वहाँ पे, और उसके ऊपर आधे रेट पे की हुई है 400 यूनिट तक, तो वहाँ पे 200 यूनिट में ऑलमोस्ट 80% दिल्ली कवर हो रही है। तो यहाँ भी एक बहुत बड़ा सेगमेंट कवर होने वाला है। सिसोदिया साहब, आपने कहा है कि 3 बार इन्होंने कहा लिटमस टेस्ट कर लिया लोगों ने, 3 बार आप आए हो दिल्ली में। छोड़ ही दे फिर वो हम बता ही देंगे। सिसोदिया साहब, एक ये सवाल है, देखिए जैसे भी इनको पता है कि पुलिस को कैसे यूज होता है, तो क्या इन नेताओं के जंगल से पुलिस को आजाद किया जाएगा? हल्का इंचार्ज बना दिए गए, उनके हल्के के मुताबिक ही थानों में काम होता है, डीएसपी पे गए। क्या अगर एक सवाल मैं भी ਇਹਨਾਂ ਨਾਲ ਕਰਾਂਗਾ ਤੁਹਾਡੇ ਨਾਲ ਕਨੈਕਟ। पार्टी अगर ये सरकार आती है आम आदमी पार्टी की, तो क्या इन चीजों से जनता को मुक्ति मिलेगी? ये तो बड़ी बड़ी चीज़ है। एक इसके साथ मैं जोड़ लेता हूँ जी। एक आपसे ही सवाल है, आप इनके माध्यम से हाँ, बोलो। सभी पंजाब वासियों को बताएं। यहाँ पे ये बड़ी बात कर रहे हैं, बड़ी छोटी बात है, छोटी बोल लें या बड़ी, की एक जो गरीब आदमी है जो सब्सिडी की गेहूं लेने जाता है या फ्री की गेहूं लेने जाता है, उसको नीला कार्ड मिलता है, और वो ब्लू कार्ड उसको मिलता है जिसका बार कोड एमएलए के घर से अप्रूव होता है। नहीं देता ही वो है, बार कोड उसके घर में रख देते हैं, फार्म ऑफिस में है, जितने बार कोड एमएलए देगा। अगर एक बंदे की रोटी भी एमएलए के बार कोड से मिलेगी, आर्म लाइसेंस बनाना है वो कोटा वहाँ पे है, और पुलिस ने एसएचओ लगना है, एएसआई लगना है, और वहाँ का मुंशी लगना है, वो एमएलए ने लगवाना है, डीएसपी उसने लगवाना है, और बाद में जो हो रहा है इस शहर में वो सारे जानते हैं, आप भी जानते हैं। ये सारी चीज़ें क्या आप बंद करेंगे? ये क्योंकि मैंने इनसे एक क्वेश्चन था, मैंने अमृतसर शहर की डेवलपमेंट की बात की थी, मुझे कोई इंटरेस्ट नहीं है, मुझे आप वादा करो, केजरीवाल साहब से मैंने बोला था कि आप अमृतसर को वर्ल्ड आइकन सिटी बनाएंगे, क्योंकि यहाँ देश दुनिया से टूरिस्ट आता है और यहाँ की परसेप्शन दुनिया में जाती है, और सारे पंजाब की परसेप्शन ख़राब होती है अगर हमारे शहर का रूप ठीक ना हो। तो मुझे उस बात की भी खुशी है कि केजरीवाल साहब ने उसको अपने सिस्टम में इनकॉर्पोरेट किया, और मुझे वादा किया, और नेशनल प्रेस को भी बोल दिया कि हम इसको वर्ल्ड आइकन सिटी बनाने जा रहे हैं। और दूसरी ये चीज़ है, ये हम आपसे ज़रूर एक रिक्वेस्ट करते हैं। धन्यवाद रिंकू जी, आपने जो इशारा किया है वो बहुत इंपॉर्टेंट चीज़ है। दिल्ली में किसी व्यक्ति को अपने सरकारी काम करने के लिए या सरकारी सुविधाओं का फ़ायदा लेने के लिए एमएलए तो छोड़ दो, अब सरकारी दफ्तर में लाइन में भी नहीं लगना पड़ता। केजरीवाल जी ने वहाँ पे एक व्यवस्था की है 1076। आपको भी कभी दिल्ली में कोई काम हो, और वही उसी तरह की सिस्टम पंजाब में भी लेके आएंगे कि अब आदमी सरकार के दफ्तर में नहीं जाता, सरकार का आदमी बंदे के घर आता है। बंदा फ़ोन करता है, जी मैं फ़लाना बोल रहा हूँ, मुझको पेंशन का पेपर चाहिए, या मुझे फ़लानी सुविधा चाहिए, मुझे फ़लाना लाइसेंस चाहिए, मुझे फ़लाना सर्टिफिकेट चाहिए, फ़लाने पेपर की, गाड़ी की आरसी की डुप्लीकेट कॉपी, जो भी सुविधाएं होती हैं, 300 तरह की इस तरह की गवर्नमेंट की फैसिलिटीज़। अब 1076 पे फ़ोन करो और आप बोलो कि मैं शाम को 5 बजे घर मिलूँगा, उस वक्त आप मेरे घर आना। अभी तो आप एसडीएम के दफ्तर जाओ तो एसडीएम नहीं मिलता, कभी बाबू नहीं मिलता, कभी चाबी नहीं होती, कभी कागज़ नहीं होता। यहाँ सिस्टम है रूटीन में, दिल्ली में भी पहले ऐसे ही होता था। आज कोई भी दिल्ली वासी सरकार से 300 तरह की सुविधाएं लेने के लिए ना उसको किसी एमएलए के पास जाना पड़ता, ना उसको किसी एसडीएम या बाबू के सामने खिड़की पे खड़ा होना पड़ता। वो आराम से शान से कहता है, जी मैं शाम को 6 बजे घर पहुंचूंगा, या मेरी दुकान 2 बजे तक है, 2 बजे आ जाना। तो बंदे के दिए हुए टाइम पर सरकार का आदमी घर पहुँचता है, उसका फॉर्म अपने हाथ से भरता है कंप्यूटर पर, कंप्यूटर लेके जाता है, प्रिंटर लेके जाता है, और वो होम डिलीवरी करता है। तो ये गवर्नमेंट की सेवाओं की होम डिलीवरी देश में पहली बार दिल्ली से शुरू हुई, दुनिया में पहली बार दिल्ली से शुरू हुई है, और वो पंजाब तक आएगी। तो ये तो रहा एक बड़ा ड्रीम। आपने दूसरा सवाल पूछा था पुलिस का, बहुत इंपॉर्टेंट है। पुलिस में ऐसा नहीं है कि सारे लोग बेईमान होते हैं या सारे ईमानदार होते हैं। किसी भी टीम में जब आप खड़ा करते हैं 100 लोगों की टीम में, तो 10 हो सकता है बेईमान भी होंगे और 10 बहुत ईमानदार और बहुत कर्मठ भी होंगे। सवाल यह है कि जब पॉलिटिकल लीडरशिप किन 10 लोगों को आगे रखती है, जिन 10 लोगों को आगे रखती है पूरा डिपार्टमेंट उसी हिसाब से चलता है। दिल्ली में हमारे पास जितने भी डिपार्टमेंट हैं, वो चाहे जल बोर्ड का है, बिजली का है, आज बिजली दिल्ली में 24 घंटे आती है। एजुकेशन वर्ल्ड क्लास हो गई आज दिल्ली में, इसलिए 50,000 की टीचर्स की फोर्स में से जो लोग टीचर्स बहुत शानदार थे, उनको साथ लेके उनके हिसाब से डिपार्टमेंट चला। कल को पंजाब पुलिस में भी जो बहुत शार्प ऑफिसर्स हैं, जो बहुत इंटेलिजेंट और बहुत ईमानदार ऑफिसर्स हैं, जिन्होंने पुलिस की वर्दी पहनते हुए मान होता है, ऐसे सिपाही भी हैं और ऑफिसर्स भी हैं। कल को फिर पंजाब में पुलिस उस हिसाब से चलेगी और उनके पास ईमानदारी से काम करने का जज्बा भी है, अपराधियों को और नशे को ख़त्म करने का जज्बा भी है। और जो व्यापारियों से एक्सटॉर्शन होता है,
व्यापारियों से, तमाम तरह का दुकानदारों से एक्सटॉर्शन होता है, वो उसको बंद करने का भी जज्बा है। मुझे पंजाब पुलिस के कितने लोगों ने बोला, सर आप आओ, ये पॉलिटिकल कंट्रोल जो है ना, पॉलिटिकल कंट्रोल भी नहीं है, उसको बोलते हैं वो पॉलिटिकल प्रोटेक्शन, कि अपराधियों को जो पॉलिटिकल प्रोटेक्शन है, नशे वालों को जो पॉलिटिकल प्रोटेक्शन है, एक बार वो खत्म हो जाए तो पंजाब पुलिस में वो ताकत है, वो ठीक कर देगी चीज़ों को। नहीं, नेताओं के चुंगल से उन्हें आजाद किया जाएगा, क्योंकि नेताओं की मर्जी के बिना ना तो एसएचओ लगता है, ना डीएसपी फिर लगता हो ही है। जाना है। और एक बैरो साहब की एक उन्होंने सरकार को एक रिपोर्ट बना के दी थी, इंडिपेंडेंस सिफारिश देनी की पड़ेगी थी पुलिस के कि लिए। इसको लागू कर दिया जाए। एसएचओ, शहर का, जिले का एसएसपी और डीजीपी, इनका तबादला कम से कम 3 साल नहीं होना चाहिए, इनके ऊपर प्रेशर ना हो, तो क्योंकि गुंडागर्दी, लॉ एंड ऑर्डर की स्थिति तभी मेंटेन होगी जब पुलिस की काम करेगी। बिल्कुल, आप इसको नेताओं का चंगुल बोल रहे हैं, मैं बोल रहा हूँ हर गलत काम को पॉलिटिकल प्रोटेक्शन है, इसीलिए नेताओं के उसमें चंगुल में फंसी हुई है पुलिस। पॉलिटिकल प्रोटेक्शन, नशे को, व्यापारियों से वसूली को, रंगदारी को, इन सबको बंद करा दो आप, पुलिस आज़ाद है।